श्रद्धांजलियां जना ने तन मन खोड़ कमाया, छड़ के स्व इच्छा नू जीवन लोक हितां लई लाया। दईए श्रद्धांजलियां जना ने तन मन खोड़ कमाया। सेवा देश दी जिंदड़ीए बड़ी औखी, गल्लां करनियां ढेर सुखलियां ने। जिन्हां देश सेवा विच पैर पाया उन्हां लख मुसीबतां झल्लियां ने, उन्हां लख मुसीबतां झल्लियां ने। ए देश भगत भारत माता दे गलों गुलामी दे संगल लाउण लई हस के फांसी दे रस्सियां ते झूल गए। काले पानियां दियां जेलां उन्हां नूं डला ना सकियां। इन्हां महान देश भगतां विचों एक सी बाबा सोहण सिंह पकना। ये प्रोग्राम बाबा जी दी अपने हथी लिखी जीवनी ते आधारित है। 26 साल जेल दियां काल कोठड़ियां च गुजारन तो बाद अपनी उम्र दे आखिरी सालां विच बाबा सोहण सिंह पकना ने पिंड तो बारों बार अपनी जमीन विच देश भगतां दे बच्चियां लई एक रहायशी स्कूल खोल लिया। नाम रखिया किरती किसान आश्रम। ਉਹ ਬੱਚਿਆਂ ਨੂੰ ਦੇਸ਼ ਭਗਤੀ ਦੀ ਗੁੜਤੀ ਦਿੰਦੇ ਰਹਿੰਦੇ। ਬਾਬਾ ਜੀ ਤੇ ਬੱਚੇ ਇੱਕਮਿਕ ਹੋਏ ਰਹਿੰਦੇ। ਆਓ ਤੁਹਾਨੂੰ ਲੈ ਚੱਲੀਏ ਬਾਬਾ ਪਕਨੇ ਦੇ ਆਸ਼ਰਮ ਵਿੱਚ ਤੇ ਸੁਣੀਏ ਬਾਲਾਂ ਤੇ ਬਾਬੇ ਦੀ ਰੌਚਕ ਗੱਲਬਾਤ। ਬਾਬਾ ਜੀ ਤੁਹਾਡਾ ਬਚਪਨ ਕਿਹੋ ਜਿਹਾ ਸੀ? ਮੇਰਾ ਜਨਮ ਹੋਇਆ ਸੀ ਜਨਵਰੀ 1870 ਵਿੱਚ। ਬਾਪੂ ਜੀ ਦਾ ਨਾਮ ਸੀ ਸਰਦਾਰ ਕਰਮ ਸਿੰਘ ਤੇ ਬੇਬੇ ਯਾਨੀ ਮੇਰੀ ਜਨਮ ਦੇਣ ਵਾਲੀ ਮਾਂ ਦਾ ਨਾਂ ਸੀ ਰਾਮ ਕੌਰ। मैं इकल्ली औलाद सी अपने मां प्यो दी। इकल्ले सी फिर तो मौजा लुटदे होवोगे। नहीं ओए पुत्रो, मेरी जिंदगी इन्नी सौखी नहीं रही। अजे मैं 1 साल दा सी कि बापू जी चल वसे। मेरी धर्म माता हर कौर ने सकी मां तो भी वध प्यार दे के पालिया सी। मैं शरीर पक्षों काफी तकड़ा सा। खेती कीती पर घर दी हालत ना बदली। विआह हो गया, जिम्मेवारी वध गई। बाबा जी तुसी अमरीका कदों गए सी भला? मैं 4 अप्रैल 1909 ਨੂੰ ਅਮਰੀਕਾ ਦੀ ਬੰਦਰਗਾਹ ਸਿਆਟਲ ਤੇ ਉਤਰਿਆ ਸੀ। ਅਮਰੀਕਾ ਉੱਥੇ ਕੀ ਕਰਨ ਗਏ ਸੀ ਬਾਬਾ ਜੀ? ਬਈ ਮੌਜਾਂ ਕਰਨ ਲਈ। ਘਰ-ਬਾਰ ਛੱਡ ਕੇ ਘਰੋਂ ਅਮਰੀਕਾ ਲਈ ਤੁਰਿਆ ਸਾਂ ਕਿ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰਾਂਗਾ, ਡਾਲਰ ਕਮਾਵਾਂਗਾ, ਘਰ ਦੀ ਹਾਲਤ ਸੁਧਾਰਾਂਗਾ। ਬਈ ਸ਼ੁਕਰ ਕੀਤਾ ਜਦੋਂ ਜਾਂਦਿਆਂ ਹੀ ਕੰਮ ਵੀ ਮਿਲ ਗਿਆ। ਬਈ ਉੱਥੇ ਜਾ ਕੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਗੁਲਾਮ ਦੇਸ਼ ਦੇ ਵਾਸੀ ਹਾਂ। रंग विच भंग पाके पीता बदरंग सानू लग गया जंग किथों साडी तलवार नू। दुखां विच जान पाई जिंदगी बेहाल होई, तोड़ नहीं सकदे गुलामी वाली तार नू। अमरीकी लोग सानू गुलाम हिंदी कह के चढ़ाउंदे सन। कई बारी ਭਾਰਤੀ ਲੋਕਾਂ ਤੇ ਹਮਲੇ ਵੀ ਹੋਏ ਸੀ। ਬਾਬਾ ਜੀ ਤੁਹਾਡੇ ਨਾਲ ਵੀ ਕੋਈ ਐਸਾ ਵਾਕਿਆ ਹੋਇਆ ਹੈ? ਹਾਂ, ਇੱਕ ਵਾਰੀ ਸਾਡੀ ਮਿਲ ਬੰਦ ਹੋ ਗਈ। ਮੈਂ ਤੇ ਮੇਰਾ ਇੱਕ ਦੋਸਤ ਕਿਸੇ ਦੂਜੀ ਮਿਲ 'ਚ ਕੰਮ ਮੰਗਣ ਗਏ। ਸਾਨੂੰ ਉਹਨਾਂ ਨੇ ਕੁਰਸੀਆਂ ਤੇ ਬਿਠਾਇਆ। ਅਸੀਂ ਬਹੁਤ ਖੁਸ਼ ਹੋਏ, ਪਰ ਅਚਾਨਕ ਹੀ ਮਿਲ ਦਾ ਸੁਪਰਡੈਂਟ ਸਾਨੂੰ ਝਿੜਕ ਕੇ ਪਿਆ ਤੇ ਕਹਿਣ ਲੱਗਾ, काम तो बहुत है काम, बट नॉट फॉर यू, लेकिन तुम्हारे लिए नहीं है। ਸਾਡੇ ਲਈ ਕੰਮ ਕਿਉਂ ਨਹੀਂ ਹੈ ਜੀ? मेरा दिल करता है कि तुम दोनों को गोली मार दो। ਅਸੀਂ ਗੁਨਾਹ ਕੀ ਕੀਤਾ ਹੈ? तुम्हारी पॉपुलेशन I mean आबादी कितनी है? ਇਹੀ ਕੋਈ 30 ਕਰੋੜ। 30 करोड़ 30 करोड़ आदमी हो या भेड़े? ਭੇਡਾਂ ਕਿਉਂ ਜੀ? ਅਸੀਂ 30 ਕਰੋੜ ਭਾਰਤ ਵਾਸੀ ਮਨੁੱਖ ਹਾਂ। गलत। अगर 30 करोड़ आदमी होते तो कभी गुलाम ना होते। ਇਹ ਤਾਂ ਬੇਇੱਜ਼ਤੀ ਕਰਨ ਵਾਲੀ ਗੱਲ ਸੀ ਨਾ ਬਾਬਾ ਜੀ। ਹਾਂ ਪੁੱਤਰੋ, ਧਰਤੀ ਵੇਲ ਨਹੀਂ ਸੀ ਦਿੰਦੀ
ਗੱਲ ਹੀ ਇੰਨੀ ਭੈੜੀ ਆਖੀ ਸੀ ਉਸ ਅਮਰੀਕਨ ਨੇ। ਭੈੜੀ ਸੀ ਖੋਰੇ ਚੰਗੀ ਸੀ, ਪਰ ਸਾਡੇ ਮਨ ਚ ਚੰਗਿਆੜੀ ਬਲ ਗਈ ਸੀ। ਜਬੇ ਬਾਣ ਲਾਗੇ ਤਬੇ ਰੋਸ ਜਾਗੇ। ਸਾਡੇ ਕੰਨਾਂ ਚ ਭਾਰਤ ਮਾਤਾ ਦੀ ਦੁਰਦਸ਼ਾ ਬਿਆਨ ਕਰਦੇ ਬੋਲ ਆਪ ਮੁਹਾਰੇ ਗੂੰਜਣ ਲੱਗ ਪਏ ਸਨ। ਤੁਸਾਂ ਜੰਮਿਆ ਪਾਲਿਆ ਪਿਆਰ ਦੇ ਕੇ ਮੌਜਾਂ ਮਾਂ ਗੋਦੀ ਵਿੱਚ ਮਾਣੀਆਂ ਵੇ। ਤੁਸਾਂ ਵਾਸਤੇ ਦੁੱਖ ਹਜ਼ਾਰ ਚੱਲੇ ਜੁਗਣ ਟੁੱਟਿਆ ਗਈ ਜਵਾਨੀਆਂ ਵੇ। ਸਾਰੇ ਹਿੰਦ ਵਾਸੀਆਂ ਨਾਲ ਇਹੀ ਸਲੂਕ ਹੋ ਰਿਹਾ ਸੀ। ਸਾਰੇ ਜਾਗਣ ਲੱਗੇ। ਮਾਰਚ 1913 ਦੇ ਦੂਜੇ ਹਫ਼ਤੇ 'ਚ ਸੇਂਟ ਜੋਨ 'ਚ ਭਾਰੀ ਇਕੱਠ ਹੋਇਆ। ਲਾਲਾ ਹਰਦਿਆਲ ਉਚੇਚੇ ਤੌਰ ਤੇ ਪੁੱਜੇ ਤੇ ਇੱਕ ਪਾਰਟੀ ਬਣੀ ਜਿਹਨੂੰ ਗਦਰ ਪਾਰਟੀ ਕਿਹਾ ਗਿਆ। ਗਦਰ ਪਾਰਟੀ। ਪਤਾ ਹੈ ਬੱਚਿਓ, ਗਦਰ ਪਾਰਟੀ ਨੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਾਉਣ ਦਾ ਬੀੜਾ ਚੁੱਕਿਆ। ਮੇਰੇ ਬੱਚਿਓ, ਬੀੜਾ ਚੁੱਕਿਆ। गदर पार्टी बीड़ा चुकिया, गदर पार्टी बीड़ा चुकिया। हिंद आजाद करावण दा आवो शेरो गदर मचाइए, मौका नहीं खुंजावण दा। ਇਹ ਸੀ ਉਹ ਮਾਹੌਲ ਜਿਸ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਉਸ ਵਰਗੇ ਅਨੇਕਾਂ ਹੋਰ ਸਿਰਾਂ ਤੇ ਕਫਨ ਬਨ ਕੇ ਨਿੱਤਰ ਪਏ। ਬਾਬਾ ਭਕਨਾ ਨੂੰ ਗਦਰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ। ਲਾਲਾ ਹਰਦਿਆਲ ਜਨਰਲ ਸਕੱਤਰ ਤੇ ਪੰਡਿਤ ਕਾਸ਼ੀਰਾਮ ਮੜੌਲੀ ਖਜ਼ਾਨਚੀ ਬਣਾਏ ਗਏ। ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਯੁਗਾਂਤਰ ਆਸ਼ਰਮ ਖੋਲ੍ਹਿਆ ਗਿਆ। ਪਾਰਟੀ ਦਾ ਅਖਬਾਰ ਗਦਰ ਦੀ ਗੂੰਜ ਵੀ 1 ਨਵੰਬਰ 1913 ਤੋਂ ਸ਼ੁਰੂ ਹੋ ਗਿਆ। ਜਿੱਥੇ ਜਿੱਥੇ ਗਦਰ ਦੀ ਗੂੰਜ ਪੁੱਜਦੀ, ਲੋਕਾਂ ਦੇ ਮਨਾਂ ਵਿੱਚ ਆਜ਼ਾਦੀ ਦੀ ਜਵਾਲਾ ਲੱਟ ਲੱਟ ਮੱਚ ਉੱਠਦੀ, ਮੋਇਆਂ ਵਿੱਚ ਜਾਨ ਪੈ ਜਾਂਦੀ। उठो तुस वीरो हौसला टुटा लिया, उठो तुस वीरो हौसला टुटा लिया। जालिम फरंगियां ने देश खा लिया, जालिम फरंगियां ने देश खा लिया। उठो तुस वीरो हौसला टुटा लिया। ਬਾਬਾ ਜੀ, ਕੌਣ ਛਾਪਦਾ ਸੀ ਇਹ ਅਖਬਾਰ? ਕਰਤਾਰ ਸਿੰਘ ਸਰਾਭਾ। ਵਾਹ ਸਰਾਬਾ। ਹਾਂ ਪੁੱਤਰ, ਬੜਾ ਅਮਲੋਕ ਜਿਹਾ ਮੁੱਛ ਫੁੱਟ ਗੱਭਰੂ ਸੀ। ਅਜੇ ਕੈਮਿਸਟਰੀ ਦੀ ਪੜ੍ਹਾਈ ਕਰਨ ਆਇਆ ਸੀ, ਪਰ ਆ ਰਲਿਆ ਸਿਰ ਲੱਥਾਂ ਦੀ ਡਾਰ ਦੇ ਵਿੱਚ। ਉਹ ਆਪਣੇ ਹੱਥੀਂ ਮਸ਼ੀਨ ਚਲਾ ਕੇ ਅਖਬਾਰ ਛਾਪਦਾ, ਦਫ਼ਤਰ ਦਾ ਕੰਮ ਦੇਖਦਾ, ਗਦਰ ਦੀ ਗੂੰਜ ਵਰਗੀਆਂ ਕਵਿਤਾਵਾਂ ਲਿਖਦਾ। ਉਹਦੇ ਵਰਗਾ ਜਨੂਨ, ਦਲੇਰੀ ਤੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਕਮਾਲ ਸੀ। ਉਹ ਪਤਾ ਨਹੀਂ ਕਿਹੜੀ ਮਰਨ ਮਿੱਟੀ ਚੜੀ ਸੀ ਸਰਾਬੇ ਨੂੰ। ਬਸ ਕੁਛ ਨਾ ਪੁੱਛੋ, ਕੁਛ ਨਾ ਪੁੱਛੋ। ਉਹ ਤਾਂ ਮੇਰਾ ਸੂਰਮਾ ਜਰਨੈਲ ਸੀ, ਸੂਰਮਾ। ਪਤਾ ਹੈ ਬੱਚਿਓ, ਉਹ ਜਦੋਂ ਲੈਕਚਰ ਕਰਦਾ ਤਾਂ ਲੋਕ ਸਾਹ ਰੋਕ ਕੇ ਬਹਿ ਜਾਂਦੇ ਸੀ, ਸਾਹ ਰੋਕ ਕੇ। देश पैण तके बार मिले टोई ना, साडा परदेसियां दा देश कोई ना। ਫੇਰ ਕੀ ਹੋਇਆ ਬਾਬਾ ਜੀ? ਕੀ ਹੋਣਾ ਸੀ? ਅਸਾਂ ਸਾਰਿਆਂ ਆਜ਼ਾਦੀ ਦੇ ਯੱਗ ਵਿੱਚ ਆਪਣੀ ਆਹੂਤੀ ਪਾਉਣ ਲਈ ਦੇਸ਼ ਵੱਲ ਨੂੰ ਚਾਲੇ ਪਾ ਦਿੱਤੇ। ਕੁਝ ਲੋਕ ਕਾਮਾ ਘਾਟਾ ਮਾਰੂ ਜਹਾਜ਼ ਰਾਹੀਂ ਪੁੱਜੇ, ਕੁਝ ਬਜ ਘਾਟ ਤੇ ਉਤਰਦੇ ਹੀ ਮਾਰੇ ਗਏ ਤੇ ਕੁਝ ਫੜੇ ਗਏ, ਕੁਝ ਬਚ ਕੇ ਵੀ ਨਿਕਲ ਗਏ। ਤੇ ਤੁਸੀਂ ਬਾਬਾ ਜੀ? ਨਹੀਂ, ਮੈਂ ਹੋਰ ਜਹਾਜ਼ ਸਾਂ, ਪਰ ਸਰਕਾਰ ਨੂੰ ਖਬਰ ਹੋ ਚੁੱਕੀ ਸੀ। ਉਹਨਾਂ ਮੈਨੂੰ ਜਹਾਜ਼ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ। ਸਰਾਬਾ ਤੇ ਕਈ ਸਾਥੀ ਬਚ ਨਿਕਲੇ ਸੀ। ਸਾਨੂੰ ਜੇਲ੍ਹ ਭੇਜ ਦਿੱਤਾ, ਪਰ ਸਰਾਬੇ ਹੋਰੀ ਗਦਰ ਦਾ ਸੁਨੇਹਾ ਲੈ ਕੇ ਪਿੰਡ ਪਿੰਡ ਜਾਂਦੇ। ਬੜਾ ਨਿਤੜਕ ਸੀ ਉਹ ਸੂਰਮਾ। ਉਹ ਲੋਕਾਂ ਦੀ ਅਣਖ ਜਗਾਉਂਦਾ ਹੈ, ਭਾਰਤ ਮਾਂ ਦੀ ਵੇਦਨਾ ਸੁਣਾਉਂਦਾ ਹੈ। ਜ਼ਾਲਿਮ ਜ਼ੁਲਮ ਕਮਾਵੇ ਹਰਦਮ, ਗੁੱਜੇ ਤੀਰ ਚਲਾਵੇ ਜੀ। ਮਾਰੇ ਝਿੜਕੇ ਰੋਣ ਨਾ ਦੇਵੇ, ਨਾਲੇ ਲੁੱਟ ਲੁੱਟ ਖਾਵੇ ਜੀ, ਨਾਲੇ ਲੁੱਟ ਲੁੱਟ ਖਾਵੇ ਜੀ। ਜ਼ਾਲਿਮ ਬੇਈਮਾਨ ਫਰੰਗੀ ਦਿਨ ਅੰਧੇਰ ਮਚਾਇਆ ਹੈ, ਭਾਰਤ ਕਿਉਂ ਵਿਸਰਾਇਆ ਹੈ। ਕੀ ਹੋਇਆ ਲੋਕਾਂ, ਭਾਰਤ ਕਿਉਂ ਵਿਸਰਾਇਆ ਹੈ। ਲੋਕ ਫਿਰ ਜੁੜਨ ਲੱਗੇ। ਗਦਰ ਦੀ ਪੂਰੀ ਤਿਆਰੀ ਹੋ ਗਈ, ਪਰ ਕੁਝ ਗੱਦਾਰਾਂ ਨੇ ਅੰਗਰੇਜ਼ਾਂ ਨੂੰ ਸੂਹ ਦੇ ਦਿੱਤੀ ਤੇ ਗਦਰ ਨਾ ਹੋ ਸਕਿਆ। ਸਰਾਬੇ ਸਮੇਤ ਬਹੁਤੇ ਦੇਸ਼ ਭਗਤ ਫੜੇ ਗਏ।
ਸਾਡੇ ਤੇ ਇਕੱਠਾ ਹੀ ਮੁਕੱਦਮਾ ਚੱਲਿਆ ਸੀ ਬਗਾਵਤ ਦਾ। ਕੀ ਫੈਸਲਾ ਹੋਇਆ ਮੁਕਦਮੇ ਦਾ? ਮੇਰੇ ਅਤੇ ਸਰਾਬੇ ਸਮੇਤ 24 ਲੋਕਾਂ ਨੂੰ ਲਾਹੌਰ ਜੇਲ੍ਹ ਦੇ ਅੰਦਰ ਚੱਲੇ ਇਸ ਮੁਕੱਦਮੇ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਦਾ ਹੁਕਮ ਸੁਣ ਕੇ ਕਰਤਾਰ ਸਰਾਬੇ ਨੇ ਜੱਜ ਨੂੰ ਪਤਾ ਕੀ ਕਿਹਾ? ਪਤਾ ਹੈ ਮੇਰੇ ਪੁੱਤਰੋ? ਮਿਹਰਬਾਨੀ, ਮੈਂ ਅਪੀਲ ਕਰਦਾ ਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ। ਇਹ ਤਾਂ ਸੱਚਮੁੱਚ ਕਮਾਲ ਦੀ ਗੱਲ ਆਖੀ ਸਰਾਬਾ ਜੀ ਨੇ। ਖੈਰ, ਕਿਸੇ ਕਾਨੂੰਨੀ ਨੁਕਤੇ ਦੇ ਕਾਰਨ ਐਨ ਆਖਰੀ ਮੌਕੇ ਸਾਡੀ 17 ਬੰਦਿਆਂ ਦੀ ਫਾਂਸੀ ਦੀ ਸਜ਼ਾ ਰੋਕ ਦਿੱਤੀ ਗਈ। ਸਰਾਬੇ ਸਮੇਤ 7 ਦੇਸ਼ ਭਗਤਾਂ ਦੀ ਸਜ਼ਾਏ ਮੌਤ ਬਰਕਰਾਰ ਰੱਖੀ। ਅੱਜ ਵੀ ਇਹਨਾਂ ਬੁੱਢੀਆਂ ਬੁਝਰੀਆਂ ਅੱਖਾਂ ਦੇ ਸਾਹਮਣੇ 16 ਨਵੰਬਰ 1915 ਦਾ ਦਿਨ ਘੁੰਮਦਾ ਰਹਿੰਦਾ ਹੈ, ਜਦੋਂ ਮੇਰੇ 7 ਸਾਥੀਆਂ ਨੇ ਹੱਸਦਿਆਂ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ। ਬਾਬਾ ਸੋਹਣ ਸਿੰਘ ਪਕਨਾ ਤੇ ਸਾਥੀਆਂ ਨੂੰ ਉਮਰ ਕੈਦ ਕੱਟਣ ਲਈ ਅੰਡੇਮਾਨ ਦੀ ਜੇਲ੍ਹ, ਜਿਹਨੂੰ ਕਾਲੇ ਪਾਣੀ ਦੀ ਜੇਲ੍ਹ ਕਹਿੰਦੇ ਸੀ, ਭੇਜ ਦਿੱਤਾ। ਇੱਕ ਮੁੱਦਤ ਬਾਅਦ ਫਿਰ ਲਾਹੌਰ ਜੇਲ੍ਹ ਵਾਪਸੀ ਹੋਈ। 1928 ਚ ਸ਼ਹੀਦ ਭਗਤ ਸਿੰਘ ਵੀ ਉਦੋਂ ਉਸੇ ਜੇਲ੍ਹ 'ਚ ਸੀ। ਬਾਬਾ ਜੀ, ਤੁਸੀਂ ਭਗਤ ਸਿੰਘ ਨੂੰ ਮਿਲੇ ਸੀ ਕਦੀ? ਮਿਲਿਆ ਸੀ। ਉਹ ਤੇ ਮੈਨੂੰ ਇਨ ਬਿਨ ਮੇਰੇ ਜਰਨੈਲ ਸਰਾਬੇ ਵਰਗਾ ਲੱਗਿਆ। ਏਕ ਜੋਤ ਦੋਏ ਮੂਰਤ ਵਾਲੀ ਮਿਸਾਲ, ਬਿਲਕੁਲ ਟੁਕਦੀ ਸੀ। ਉਹ ਵੀ ਹੀਰਾ ਸੀ, ਹੀਰਾ। ਤੁਸੀਂ ਕੀ ਗੱਲਾਂ ਕਰਦੇ ਸੀ ਭਗਤ ਸਿੰਘ ਨਾਲ? ਬਹੁਤ ਵਿਚਾਰਾਂ ਹੁੰਦੀਆਂ ਸੀ। ਇੱਕ ਦਿਨ ਮੈਂ ਮਖੌਲ ਵਿੱਚ ਹੀ ਭਗਤ ਸਿੰਘ ਨੂੰ ਪੁੱਛ ਲਿਆ, ਬਈ ਭਗਤ ਸਿੰਘ, ਤੂੰ ਅਜੇ ਨੌਜਵਾਨ ਸੀ ਤੇ ਪੜਿਆ ਲਿਖਿਆ ਵੀ, ਤੇਰੀ ਖਾਣ ਪੀਣ ਤੇ ਐਸ਼ ਕਰਨ ਦੀ ਉਮਰ ਸੀ, ਤੂੰ ਬਈ ਇੱਧਰ ਕਿਵੇਂ ਫਸ ਗਿਆ? ਇਹ ਮੇਰਾ ਕਸੂਰ ਨਹੀਂ, ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਕਸੂਰ ਹੈ ਬਾਬਾ ਜੀ। ਸਾਡਾ ਕਸੂਰ? ਬਈ ਭਗਤ ਸਿੰਘ, ਸਾਡਾ ਕਸੂਰ ਕਿਵੇਂ? ਜੇ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਦੂਜੇ ਸਾਥੀ ਹੱਸ-ਹੱਸ ਕੇ ਫਾਂਸੀਆਂ ਤੇ ਨਾ ਲਟਕਦੇ ਤੇ ਤੁਸੀਂ ਅੰਡੇਮਾਨ ਜਿਹੇ ਕੁੰਭੀ ਨਰਕ ਵਿੱਚ ਪੈ ਕੇ ਸਾਬਤ ਨਾ ਨਿਕਲਦੇ, ਤਾਂ ਮੈਂ ਵੀ ਸ਼ਾਇਦ ਇੱਧਰ ਨਾ ਆਉਂਦਾ। ਵਾਹ ਬਈ ਸ਼ੇਰਾ ਵਾਹ! ਹੁਣ ਸਾਡੇ ਦੇਸ਼ ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ। ਅੰਗਰੇਜ਼ ਦੇ ਦਿਨ ਪੁੱਗ ਗਏ ਨੇ ਭਗਤ ਸਿੰਘ, ਪੁੱਗ ਗਏ ਨੇ। ਹੁਣ ਮੇਰਾ ਸਰਾਭਾ ਜ਼ਿੰਦਾ ਹੈ, ਜ਼ਿੰਦਾ। ਜਦੋਂ ਭਗਤ ਸਿੰਘ ਤੇ ਸਾਥੀ ਫਾਂਸੀ ਚੜੇ ਸੀ, ਉਦੋਂ ਤੁਸੀਂ ਉੱਥੇ ਹੀ ਸੀ, ਜੇਲ੍ਹ ਵਿੱਚ? ਨਹੀਂ, ਮੈਂ ਉਦੋਂ ਉੱਥੇ ਨਹੀਂ ਸੀ। ਉਹ 23 ਮਾਰਚ 1931 ਨੂੰ ਫਾਂਸੀ ਚੜੇ ਤੇ ਮੇਰੀ 9 ਮਹੀਨੇ ਪਹਿਲਾਂ ਹੀ ਜੁਲਾਈ 1930 ਚ ਸਜ਼ਾ ਪੂਰੀ ਹੋਣ ਕਰਕੇ ਰਿਹਾਈ ਹੋ ਗਈ ਸੀ। ਜੇਲੋਂ ਰਿਹਾਈ ਹੋਣ ਤੇ ਇਲਾਕੇ ਦੇ ਲੋਕਾਂ ਬਾਬਾ ਪਕਨੇ ਦਾ ਲਾ ਮਿਸਾਲ ਸਵਾਗਤ ਕੀਤਾ। ਪਿੰਡ ਪੁੱਜੇ ਤਾਂ ਹਾਲਾਤ ਬਹੁਤ ਬਦਲ ਗਏ ਸਨ। ਦੋਵੇਂ ਮਾਵਾਂ ਮਰ ਚੁੱਕੀਆਂ ਸਨ, ਦਾਦਾ ਜੀ ਵੀ ਚੜ੍ਹਾਈ ਕਰ ਗਏ ਸਨ। ਪਿੰਡ ਵਿਚਲੀ ਹਵੇਲੀ ਢਹਿ ਢੇਰੀ ਹੋ ਗਈ ਸੀ। ਬਿਰਧ ਅਵਸਥਾ ਨੂੰ ਟੁਕੀ ਪਤਨੀ ਹੀ ਇੱਕ ਸੰਗੀ ਸਾਥੀ ਸੀ। ਔਲਾਦ ਕੋਈ ਨਹੀਂ ਸੀ, ਜ਼ਮੀਨ ਕੁਛ ਬਚ ਗਈ ਸੀ। ਇੱਕ ਦਿਨ ਪਿੰਡ ਵਾਲਿਆਂ ਬਾਬਾ ਜੀ ਨੂੰ ਆਖਿਆ ਕਿ ਅਸੀਂ ਵਿਦਿਆ ਦਾ ਤੀਜਾ ਨੇਤਰ ਖੋਲਣ ਲਈ ਪਿੰਡ 'ਚ ਸਕੂਲ ਖੋਲਣਾ ਚਾਹੁੰਦੇ ਹਾਂ। ਤਾਂ ਬਾਬਾ ਜੀ ਨੇ ਖੁਸ਼ ਹੋ ਕੇ ਆਪਣੀ 8.5 ਏਕੜ ਜ਼ਮੀਨ ਸਕੂਲ ਦੇ ਨਾਂ ਲਵਾ ਦਿੱਤੀ। ਬਾਬਾ ਜੀ ਦੇ ਮਨ 'ਚ ਖਿਆਲ ਆਇਆ ਕਿ ਲੜਕੀਆਂ ਵਿਚਕਾਰੋਂ ਪੜ੍ਹਾਈ ਛੱਡ ਦਿੰਦੀਆਂ ਨੇ। ਆਪਣੀ ਅੱਧੀ ਹਵੇਲੀ ਵਿੱਚ ਕੁੜੀਆਂ ਲਈ ਸਕੂਲ ਖੋਲ ਦਿੱਤਾ ਤੇ ਅੱਧੀ ਹਵੇਲੀ ਵੇਚ ਕੇ ਪੈਸਾ ਪਿੰਡ ਪੰਚਾਇਤ ਪਾਸ ਜਮ੍ਹਾਂ ਕਰਵਾ ਦਿੱਤਾ ਕਿ ਇਹਦੇ ਵਿੱਚੋਂ ਅਧਿਆਪਕਾਂ ਦੀ ਤਨਖਾਹ ਦਿੰਦੇ ਰਹਿਣਾ। ਬਚਦੀ ਜ਼ਮੀਨ ਦੇਸ਼ ਭਗਤ ਪਰਿਵਾਰ ਸਹਾਇਤਾ ਕਮੇਟੀ ਨੂੰ ਦੇ ਦਿੱਤੀ, ਜਿੱਥੇ ਬਾਬਾ ਜੀ ਨੇ ਦੇਸ਼ ਭਗਤਾਂ ਦੇ ਬੱਚਿਆਂ ਲਈ ਇਹ ਆਸ਼ਰਮ ਖੋਲ੍ਹਿਆ। ਸਾਰੇ ਵੰਡ ਕੇ ਕੰਮ ਕਰਦੇ ਤੇ ਮਿਲ ਕੇ ਛਕਦੇ। ਜੇਲਾਂ ਦੀਆਂ ਸਖਤੀਆਂ ਤੇ ਸਮੇਂ ਨੇ ਕੰਗਰੋੜ ਵੇਚਕ ਚੁਕਾ ਦਿੱਤੀ, ਪਰ ਸੋਚ ਮਰਦੇ ਦਮ ਤੱਕ ਨਹੀਂ ਚੁੱਕੀ। ਦੂਰੋਂ ਦੂਰੋਂ ਲੋਕ ਬਾਬਾ ਜੀ ਨੂੰ ਮਿਲਣ ਆਉਂਦੇ।
ਬਾਬਾ ਜੀ ਮੈਂ ਤੁਹਾਡੀ ਸ਼ੋਭਾ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਚੱਲਿਆ ਹਾਂ। ਜਿਉ ਆਇਆ ਨੂੰ ਬੈਠੋ, ਜਲ ਛਕੋ। ਲਿਆਓ ਬਈ ਪੁੱਤਰੋ, ਪਾਣੀ ਧਾਣੀ ਪਿਆਓ ਸਾਡੇ ਮਹਿਮਾਨ ਨੂੰ। ਬਾਬਾ ਜੀ ਤੁਹਾਡੀ ਸੰਤਾਨ ਕਿੰਨੀ ਹੈ? ਸੰਤਾਨ 300। 300? ਇਹ ਬੱਚੇ ਤੇ ਉਹ ਸਾਹਮਣੇ ਸਕੂਲ ਚ ਪੜ੍ਹਦੇ ਬੱਚੇ ਕੁੱਲ ਮਿਲਾ ਕੇ 300 ਹੈ। ਇਹੀ ਮੇਰੀ ਸੰਤਾਨ ਹੈ। ਇਸ ਤਰ੍ਹਾਂ ਤਾਂ ਘੱਟ ਹੀ ਸੁਣਨ ਚ ਆਇਆ ਹੈ। ਹੈਰਾਨ ਨਾ ਹੋਵੋ, ਆ ਫੜੋ ਪਾਣੀ ਪੀਓ। ਤੁਸੀਂ ਤਾਂ ਇਹ ਵੀ ਨਹੀਂ ਸੁਣਿਆ ਹੋਣਾ ਕਿ ਬਾਬਾ ਜੀ ਨੇ ਦੇਸ਼ ਭਗਤੀ ਬਾਰੇ ਇੱਕ ਲੇਖ ਲਿਖਿਆ ਸੀ। ਉਹਦੇ ਸੇਵਾ ਫਲ ਵਜੋਂ ਮਿਲੇ 300 ਰੁਪਏ। ਬਾਬਾ ਜੀ ਨੇ ਉਹਨਾਂ ਰੁਪਈਆਂ ਦਾ ਭਲਾ ਕੀ ਕੀਤਾ ਹੋਵੇਗਾ? ਅੱਛਾ, ਕੀ ਕੀਤਾ? ਬਾਬਾ ਜੀ ਨੇ ਉਹਨਾਂ ਪੈਸਿਆਂ ਨਾਲ ਸਕੂਲ ਦੇ ਗਰੀਬ ਬੱਚਿਆਂ ਨੂੰ ਵਰਦੀਆਂ ਤੇ ਬੂਟ ਲੈ ਦਿੱਤੇ। ਕਮਾਲ ਹੈ ਬਈ। ਏਦੋਂ ਵੀ ਕਮਾਲ ਇੱਕ ਹੋਰ ਗੱਲ ਮੈਂ ਦੱਸਾਂ ਤੁਹਾਨੂੰ। ਹਾਂ ਦੱਸ ਬੇਟਾ। ਇੱਕ ਦਿਨ ਸਾਡੇ ਸਕੂਲ ਦੇ ਕੁਝ ਬੱਚੇ ਬਾਬਾ ਜੀ ਵਾਲੇ ਖੇਤ ਚੋਂ ਚੋਰੀਓਂ ਗੰਨੇ ਪੁੱਟ ਕੇ ਚੁੱਪਣ ਦੀ ਸਲਾਹ ਬਣਾਉਣ ਲੱਗੇ। ਮੈਂ ਕਹਿ ਦਿੱਤਾ ਕਿ ਏਦਾਂ ਚੋਰੀਓਂ ਗੰਨੇ ਪੁੱਟਣਾ ਠੀਕ ਨਹੀਂ, ਬਾਬਾ ਜੀ ਗੁੱਸੇ ਹੋਣਗੇ। ਫੇਰ ਗੰਨੇ ਚੁੱਪੇ ਕਿ ਨਹੀਂ? ਨਹੀਂ, ਬਗੈਰ ਗੰਨੇ ਚੁੱਪੇ ਮੁੜਿਆ ਏ। ਗੱਲ ਬਾਬਾ ਜੀ ਕੋਲ ਵੀ ਪਹੁੰਚ ਗਈ। ਪੁੱਛ ਪੜਤਾਲ ਹੋਈ, ਸਾਰੇ ਕਸੂਰ ਮੰਨ ਗਏ। ਬਾਬਾ ਜੀ ਨੇ ਪਤਾ ਹੈ ਕੀ ਕਿਹਾ? ਬਾਬਾ ਜੀ ਗੁੱਸੇ ਹੋਏ ਹੋਣਗੇ। ਨਹੀਂ, ਗੁੱਸੇ ਨਹੀਂ ਹੋਏ। ਬਾਬਾ ਜੀ ਤਾਂ ਸਗੋਂ ਕਹਿਣ ਲੱਗੇ ਚੋਰੀ ਕਰਨਾ ਗਲਤ ਹੈ, ਪਰ ਤੁਸੀਂ ਸੱਚ ਬੋਲਿਆ ਹੈ ਬੇਟਾ। ਤੁਹਾਥੋਂ ਕਮਾਦ ਪਿਆਰਾ ਨਹੀਂ, ਤੁਹਾਡੇ ਸੱਚ ਬੋਲਣ ਦਾ ਇਨਾਮ ਹੈ ਕਿ ਸਿਰਫ ਤੁਸੀਂ ਨਹੀਂ ਸਗੋਂ ਸਕੂਲ ਦੇ ਸਾਰੇ ਬੱਚੇ ਜਾ ਕੇ ਕਮਾਦ ਚੋਂ ਗੰਨੇ ਚੁੱਪੋ। ਤੁਸੀਂ ਕੀ ਕਹੋਗੇ ਬਾਬਾ ਜੀ? ਉਹ ਭਰਾਵਾ, ਮੇਰੀ ਜ਼ਿੰਦਗੀ ਤਾਂ ਹੁਣ ਇਹਨਾਂ ਬੱਚਿਆਂ ਤੇ ਵਿਦਿਆ ਨੂੰ ਹੀ ਸਮਰਪਿਤ ਹੈ। ਇੱਕ ਗੱਲ ਯਾਦ ਆ ਗਈ, ਆ ਜਿਹੜਾ ਅਸੀਂ ਸਕੂਲ ਬਣਾਇਆ ਸੀ ਨਾ, ਇਹਦੀ ਖਾਤਰ ਪੈਸਿਆਂ ਦੀ ਬੜੀ ਲੋੜ ਸੀ। ਇੱਕ ਵਾਰੀ ਸਕੂਲ ਦੇ ਮੁੱਖ ਅਧਿਆਪਕ ਤੇ ਬੱਚੇ ਲੋਹੜੀ ਮੰਗਣ ਲਈ ਮੇਰੇ ਕੋਲ ਆ ਗਏ। ਇਹ ਵੀ ਸਕੂਲ ਲਈ ਫੰਡ ਇਕੱਠਾ ਕਰਨ ਦਾ ਇੱਕ ਤਰੀਕਾ ਹੀ ਸੀ। ਫਿਰ ਤੁਸੀਂ ਕੀ ਦਿੱਤੀ ਲੋਹੜੀ ਦੀ ਭੇਟਾ? ਮੈਂ ਸੋਚੀ ਪੈ ਗਿਆ ਬਈ ਹੁਣ ਕੀ ਦਵਾਂ ਇਹਨਾਂ ਨੂੰ। ਮੈਂ ਆਪਣੀ ਪਤਨੀ ਨੂੰ ਜਾ ਕੇ ਪੁੱਛਿਆ, ਬਈ ਭਗਵਾਨ ਨੇ ਮੈਨੂੰ ਇਹ ਦੱਸ, ਘਰ 'ਚ ਕੋਈ ਇਹੋ ਜੀ ਚੀਜ਼ ਹੈ ਜਿਹੜੀ ਤੈਨੂੰ ਸਭ ਤੋਂ ਪਿਆਰੀ ਹੈ? ਫਿਰ ਕੀ ਜਵਾਬ ਦਿੱਤਾ ਮਾਤਾ ਜੀ ਨੇ? ਉਹ ਪਤਾ ਕੀ ਕਹਿਣ ਲੱਗੀ? ਕਹਿੰਦੀ ਜੀ ਮੱਝ। ਇਹ ਮੈਨੂੰ ਬਹੁਤ ਪਿਆਰੀ ਹੈ। ਮੈਂ ਉਹਨੂੰ ਕਿਹਾ ਕਿ ਸਕੂਲ ਘਰ ਦੀ ਕਿਸੇ ਵੀ ਚੀਜ਼ ਨਾਲੋਂ ਕਿਤੇ ਚੰਗਾ ਹੁੰਦਾ ਹੈ ਜਿੱਥੇ ਬੱਚਿਆਂ ਦੀ ਜ਼ਿੰਦਗੀ ਬਣਦੀ ਹੈ। ਲਿਆ ਆ ਮੱਝ ਆਪਾਂ ਸਕੂਲ ਨੂੰ ਦਾਨ ਦੇ ਦਈਏ। ਉਹਨੇ ਵੀ ਵਿਚਾਰੀ ਨੇ ਹਿੱਚ ਤੱਕ ਨਹੀਂ ਕੀਤੀ। ਮੈਂ ਕਿੱਲੇ ਤੋਂ ਖੋਲਿਆ ਸੰਗਲ ਤੇ ਮੱਝ ਹੈਡ ਮਾਸਟਰ ਜੀ ਨੂੰ ਜਾ ਕੇ ਫੜਾ ਦਿੱਤੀ। ਉਹਨਾਂ ਉਹ ਮੱਝ ਵੇਚ ਕੇ ਰਕਮ ਸਕੂਲ ਫੰਡ 'ਚ ਜਮ੍ਹਾਂ ਕਰ ਲਈ। ਧੰਨੋ ਬਾਬਾ ਜੀ, ਤੇ ਧੰਨ ਹੈ ਤੁਹਾਡੀ ਕਮਾਈ। ਅਸੀਂ ਸਾਰੇ ਇਕੱਠੇ ਹੀ ਰਹਿੰਦੇ ਆਂ, ਇੱਕ ਥਾਂ ਬਹਿ ਕੇ ਭੋਜਨ ਛਕਦੇ ਆਂ। ਬਾਬਾ ਜੀ ਵੀ? ਹਾਂਜੀ, ਬਾਬਾ ਜੀ ਵੀ ਸਾਡੇ ਨਾਲ ਪੰਗਤ 'ਚ ਬਹਿ ਕੇ ਛਕਦੇ ਨੇ। ਅਸੀਂ ਬਾਬਾ ਜੀ ਨਾਲ ਰਲ ਕੇ ਖੇਤਾਂ 'ਚ ਫਲਾਂ ਵਾਲੇ ਬੂਟੇ ਲਾਏ ਨੇ। ਇੱਕ ਦਿਨ ਇੱਕ ਬੂਟੇ ਨੂੰ ਇੱਕ ਆੜੂ ਲੱਗਿਆ। ਅਸੀਂ ਬੱਚਿਆਂ ਨੇ ਚਾਈ ਜਾ ਕੇ ਬਾਬਾ ਜੀ ਨੂੰ ਦੱਸਿਆ। ਇਹਨਾਂ ਉਸ ਆੜੂ ਉੱਤੇ ਕੱਪੜੇ ਦੀ ਇੱਕ ਪੋਟਲੀ ਜਿਹੀ ਵਲੇਟ ਦਿੱਤੀ ਤੇ ਜਦੋਂ ਆੜੂ ਪੱਕ ਗਿਆ ਤਾਂ ਉਸ ਆੜੂ ਨੂੰ ਪੂਰਾ ਕਰਕੇ ਬਾਬਾ ਜੀ ਨੇ ਸਾਰੇ ਬੱਚਿਆਂ 'ਚ ਵੰਡ ਦਿੱਤਾ। ਉਹ ਭਾਈ, ਇਸ ਤਰ੍ਹਾਂ ਹੀ ਸਾਂਝੀ ਵੰਡ ਦਾ ਸਬਕ ਇਹ ਬੱਚੇ ਸਿੱਖ ਜਾਣਗੇ, ਨਹੀਂ ਤਾਂ ਇਹ ਖੋ ਕੇ ਖਾਣ ਦੇ ਆਦੀ ਨਾ ਹੋ ਜਾਣ ਕਿਤੇ। ਇਹੀ ਡਰ ਹੈ। ਬਾਬਾ ਜੀ, ਤੁਸੀਂ ਇਸ ਯੁੱਗ ਵਿੱਚ ਵੀ ਇਹ ਛੱਪਰ ਜੇ ਬਣਾ ਕੇ ਬੈਠੇ ਹੋ, ਕੋਈ ਢੰਗ ਦਾ ਮਕਾਨ ਕਿਉਂ ਨਹੀਂ ਬਣਾ ਲੈਂਦੇ? ਮੇਰਾ ਮਤਲਬ ਸੋਹਣਾ ਤੇ ਪੱਕਾ। ਇੱਕ ਵਾਰ ਆਇਆ ਸੀ ਵਿਚਾਰ, ਮੈਂ ਪਿੰਡ ਦੇ ਮਿਸਤਰੀਆਂ ਨੂੰ ਨਾਲ ਲੈ ਕੇ ਗਾਡਰ ਵਗੈਰਾ ਖਰੀਦਣ ਲਈ ਸ਼ਹਿਰ ਚਲਾ ਗਿਆ। ਰਸਤੇ 'ਚ ਮੈਨੂੰ ਨਾ ਸਾਹਮਣੇ ਦਿਸੀਆਂ ਟੱਪਰੀ ਵਾਸਾ ਦੀਆਂ ਟੱਪਰੀਆਂ ਤੇ ਕੁੱਲੀਆਂ। ਮੇਰਾ ਮਨ ਵੇਖ ਕੇ ਪਿਘਲ ਗਿਆ। ਬਈ ਗਏ ਤਾਂ ਸਾਂ ਗਾਡਰ ਲੈਣ, ਪਰ ਲੈ ਕੇ ਮੁੜੇ ਬਾਂਸ ਤੇ ਸਿਰਕੀਆਂ। ਬਸ ਬਈ, ਅਸੀਂ ਵੀ ਫਿਰ ਉਹਨਾਂ ਵਾਂਗੀ ਝੁੱਗੀਆਂ ਪਾ ਲੀਆਂ ਤੇ ਇਹ ਸੋਚਿਆ ਕਿ ਇੱਥੇ ਹੀ ਰਵਾਂਗੇ ਅੰਤਿਮ ਸਾਹ ਤੱਕ। ਉਹ ਤੇ ਵਿਚਾਰੇ ਨਹੀਂ ਬਣਾ ਸਕਦੇ, ਤੁਸੀਂ ਤੇ ਚੰਗਾ ਪੱਕਾ ਮਕਾਨ ਬਣਾ ਹੀ ਸਕਦੇ ਹੋ ਬਾਬਾ ਜੀ। ਬਣਾ ਸਕਦਾ, ਪਰ ਦੇਖ ਨਾ, ਆਜ਼ਾਦੀ ਤੋਂ ਇੰਨੇ ਸਾਲ ਬਾਅਦ ਵੀ ਮੇਰੇ ਦੇਸ਼ ਦੀ ਜਨਤਾ ਨੂੰ ਚੱਜ ਨਾਲ ਰਹਿਣ ਜੋਗੇ ਮਕਾਨ ਨਹੀਂ ਜੁੜੇ। ਇਹ ਮੇਰੀ ਕੈਸੀ ਦੇਸ਼ ਭਗਤੀ ਹੋਏਗੀ ਜੇ ਮੇਰੇ ਇਹ ਲੋਕ ਕੁੱਲੀਆਂ 'ਚ ਦਿਨ ਕਟੀ ਕਰਨ ਤੇ ਮੈਂ ਆਲੀਸ਼ਾਨ ਘਰਾਂ 'ਚ ਰਹਾਂ। ਕੀ ਫਾਇਦਾ ਹੈ ਮੇਰੀ ਇਸ ਦੇਸ਼ ਭਗਤੀ ਦਾ? ਬਾਬਾ ਜੀ, ਲੱਖ ਲੱਖ ਪ੍ਰਣਾਮ ਹੈ ਤੁਹਾਡੀ ਕੁਰਬਾਨੀ ਨੂੰ,
ਤੁਹਾਡੇ ਜੀਵਨ ਸੰਗਰਾਮ ਤੇ ਤੁਹਾਡੀ ਸੋਚ ਨੂੰ। ਬਾਬਾ ਸੋਹਣ ਸਿੰਘ ਭਕਨਾ 21 ਦਸੰਬਰ 1968 ਨੂੰ 98 ਸਾਲਾਂ ਦੀ ਉਮਰ ਭੋਗ ਕੇ ਦੁਨੀਆ ਤੋਂ ਵਿਦਾ ਹੋ ਗਏ। ਐਸੇ ਲੋਕਾਂ ਦੀਆਂ ਕੁਰਬਾਨੀਆਂ ਭੁੱਲਣਾ ਗੁਨਾਹ ਹੈ। ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਸੀ। ਹਿੰਦ ਵਾਸੀਆਂ ਨੂੰ ਅੰਤਮ ਸੰਦੇਸ਼ ਲਿਖ ਕੇ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲ ਚੋਂ ਨਹੀਂ ਭੁਲਾ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ।